स्टूडेंट्स ਅਸੀਂ ਲਾਸਟ ਕਲਾਸ ਵਿੱਚ ਡਿਸਕਸ ਕੀਤਾ ਸੀ ਡੁਐਲਿਟੀ ਦਾ ਮੈਕਸਿਮਾਈਜ਼ੇਸ਼ਨ ਮਿਨੀਮਾਈਜ਼ੇਸ਼ਨ ਤੇ ਮਿਕਸਡ ਕਨਸਟ੍ਰੇਂਟਸ ਦਾ ਕੇਸ ਜਿੰਨੇ ਵੀ ਅਸੀਂ ਕੇਸਿਸ ਡਿਸਕਸ ਕੀਤੇ ਸੀ ਮੈਕਸਿਮਾਈਜ਼ੇਸ਼ਨ ਮਿਨੀਮਾਈਜ਼ੇਸ਼ਨ ਜਾਂ ਮਿਕਸਡ ਕਨਸਟ੍ਰੇਂਟਸ ਦੇ ਉਹਦੇ ਵਿੱਚ ਜੋ ਸਾਨੂੰ ਵੇਰੀਏਬਲਸ ਹੈ greater than equal to 0 ਦੀ ਕੰਡੀਸ਼ਨ ਦਿੱਤੀ ਹੁੰਦੀ ਸੀ ਜੋ ਸਾਨੂੰ ਕੰਡੀਸ਼ਨ ਦਿੱਤੀ ਹੁੰਦੀ ਸੀ ਵੇਰੀਏਬਲਸ ਦੀ that was earlier given to be greater than or equal to 0 means कि जो वेरिएबल्स की वैल्यूज़ है वो पॉजिटिव आनी चाहिए या 0 आनी चाहिए या पॉजिटिव आनी चाहिए बट नाउ जो अज असीं डिस्कस करना है वो है डुअलिटी द मिक्सड कॉन्स्ट्रेंट्स का केस ही डिस्कस करन लगे in which we are having variables having unrestricted signs. So for example we are given maximize z is equal to 4x1 plus 2x2 subject to these constraints and we are given that first variable x1 is greater than equal to 0 but x2 has an unrestricted sign. Unrestricted in sign का मतलब की है कि it may be 0, it may have a positive sign or it may have a negative sign but basic condition की रहंदी है कोई भी problem दी that we need to have all the variables greater than equal to 0 so ਇਹਨੂੰ ਸੋਲਵ ਕਰਨ ਲਈ ਇਹਨੂੰ ਫਰਦਰ ਸੋਲਵ ਕਰਨ ਲਈ ਸਾਨੂੰ ਇਸ ਵੇਰੀਏਬਲ ਨੂੰ ਪਹਿਲਾਂ greater than equal to 0 ਬਣਾਉਣਾ ਪਏਗਾ ਪਲੱਸ ਅਸੀਂ ਸਭ ਤੋਂ ਪਹਿਲਾਂ ਕੀ ਚੈੱਕ ਕਰਦੇ ਹਾਂ ਕਿ ਜੇ ਪ੍ਰੋਬਲਮ ਮੈਕਸਿਮਾਈਜ਼ੇਸ਼ਨ ਦੀ ਹੈ ਤਾਂ ਸਾਰੇ ਕਨਸਟ੍ਰੇਂਟਸ ਲੈਸ ਦੈਨ ਇਕੁਅਲ ਟੂ ਸਾਈਨ ਦੇ ਹੋਣੇ ਚਾਹੀਦੇ ਬਟ ਇਸ ਕੇਸ ਵਿੱਚ ਜੋ फर्स्ट वेरिएबल है ਉਹਦਾ ग्रेटर दैन इक्वल टू द साइन है तो सेकंड वेरिएबल ਦਾ इक्वल टू द साइन है थर्ड वेरिएबल ਦਾ ओके सो वी नीड टू change the sign of the first two constraints plus we also need to convert this variable to a value greater than equal to 0 so ਪਹਿਲਾਂ ਅਸੀਂ ਇਹਦੀ ਹੀ ਐਡਜਸਟਮੈਂਟ ਕਰਦੇ ਸੀ ਇਹਨੂੰ ਅਸੀਂ ਇੱਕ ਸਾਈਡ ਕਨਵਰਟ ਕਰਦੇ ਸੀ ਜੇ ਮੈਕਸਿਮਾਈਜ਼ੇਸ਼ਨ ਦਾ ਉਹਨੂੰ ਉਹਦਾ ਸਾਈਨ ਸਾਰੇ ਕਨਸਟ੍ਰੇਂਟਸ ਸੀ ਲੈਸ ਦੈਨ ਇਕੁਅਲ ਟੂ ਬਣਾਉਂਦੇ ਸੀ ਤੇ ਜੇ ਮਿਨੀਮਾਈਜ਼ੇਸ਼ਨ ਦਾ ਕੇਸ ਹੁੰਦਾ ਸੀ ਤਾਂ ਅਸੀਂ ਸਾਰੇ ਸਾਈਨਸ ਕਨਸਟ੍ਰੇਂਟਸ ਤੇ ਗ੍ਰੇਟਰ ਦੈਨ ਇਕੁਅਲ ਟੂ ਕਰਦੇ ਸੀ ਬਟ ਇਹਦੇ ਵਿੱਚ ਇੱਕ ਹੋਰ ਚੇਂਜ ਹੋਏਗਾ ਹੋਰ ਮੋਡੀਫਿਕੇਸ਼ਨ ਹੋਏਗੀ ਕਿ ਸਾਨੂੰ ਜੋ ਅਨਰਿਸਟ੍ਰਿਕਟਿਡ ਵੇਰੀਏਬਲ ਦਿੱਤਾ ਹੋਇਆ ਉਹਨੂੰ ਵੀ ਸਾਨੂੰ ਚੇਂਜ ਕਰਨਾ ਪਏਗਾ ਮੋਰ ਓਵਰ ਜਿੱਥੇ ਵੀ ਸਾਨੂੰ ਕਨਸਟ੍ਰੇਂਟਸ ਵਿੱਚ इक्वल टू द साइन दिता होए या जो रिस्ट्रिक्शन है उथे अनरिस्ट्रिक्टेड साइन दिता होए दोनों विचों कोई भी कंडीशन दिते होए तो सानू दो रूल्स होर ख्याल विच रखन दी लोड़ है लास्ट क्लास विच असें कीता सी कि ਇਹ वाले रूल्स नू ध्यान विच रख के असी डुअलिटी दी प्रॉब्लम नू सॉल्व करना हुंदा कि असी एक बार रिवाइज कर लेने कि जे प्राइमल प्रॉब्लम मैक्सिमाइजेशन दी गिवन है तो ਉਹਦਾ ਡਿਊਅਲ ਮਿਨੀਮਾਈजेशन ਹੋਏਗਾ ਜਿੰਨੇ ਨੰਬਰ ਆਫ ਵੇਰੀਏਬਲਸ ਪ੍ਰਾਈਮਲ ਦੇ ਹੁੰਦੇ ਹੈ ਉਨੇ ਹੀ ਨੰਬਰ ਆਫ ਕਨਸਟ੍ਰੇਂਟਸ ਸਾਡੇ ਕੋਲ ਡਿਊਅਲ ਦੇ ਆਨੇ ਚਾਹੀਦੇ ਦੈਨ ਜਿੰਨੇ ਨੰਬਰ ਆਫ ਕਨਸਟ੍ਰੇਂਟ ਸਾਡੇ ਕੋਲ ਪ੍ਰਾਈਮਲ ਦੇ ਹੁੰਦੇ ਉਨੇ ਨੰਬਰ ਆਫ ਵੇਰੀਏਬਲ ਸਾਡੇ ਕੋਲ ਡਿਊਅਲ ਦੇ ਆਨੇ ਚਾਹੀਦੇ ਹੋਰ ਕੀ ਕੀਤਾ ਸੀ that right hand side of the primal will be the objective function of dual ਤੇ ਜੋ ਪ੍ਰਾਈਮਲ ਦਾ ਆਬਜੈਕਟਿਵ ਫੰਕਸ਼ਨ ਹੁੰਦਾ ਹੈ ਉਹ ਡਿਊਅਲ ਦੀ ਰਾਈਟ ਹੈਂਡ ਸਾਈਡ ਬਣ ਜਾਂਦੀ ਹੈ ਇਨ ਦ ਲਾਸਟ ਅਸੀਂ ਹੋਰ ਕੀ ਇਨਸ਼ੋਰ ਕਰਦੇ ਹਾਂ ਜਦੋਂ ਅਸੀਂ ਡਿਊਅਲ ਪ੍ਰੋਬਲਮ ਲਿਖਣੀ ਹੁੰਦੀ ਹੈ ਤਾਂ ਉਹਦੇ ਜੋ ਕਨਸਟ੍ਰੇਂਟਸ ਹੈ ਜੋ ਪ੍ਰਾਈਮਲ ਦੇ ਕਨਸਟ੍ਰੇਂਟਸ ਹੁੰਦੇ ਆ ਉਹਦਾ ਟਰਾਂਸਪੋਜ਼ ਹੁੰਦਾ ਇਹ ਵਾਲੇ ਰੂਲਸ ਨੂੰ ਤਾਂ ਖਿਆਲ ਵਿੱਚ ਰੱਖਣਾ ਹੀ ਰੱਖਣਾ ਹੈ ਇਹਦੇ ਨਾਲ ਨਾਲ ਦੋ ਰੂਲਸ ਅਸੀਂ ਹੋਰ ਯਾਦ ਰੱਖਣੇ ਫਰਸਟ ਵਨ ਇਜ਼ ਜਿੰਨੇ ਨੰਬਰ ਆਫ ਕਨਸਟ੍ਰੇਂਟਸ ਸਾਡੇ ਕੋਲ ਜਿਹੜਾ ਕਨਸਟ੍ਰੇਂਟ ਪ੍ਰਾਈਮਲ ਵਿੱਚ ਇਕੁਅਲ ਟੂ ਸਾਈਨ ਦਾ ਹੈ that variable in the dual should have an unrestricted sign plus ਜਿਹੜਾ variable primal ਦੇ ਵਿੱਚ unrestricted ਹੈ ਉਹ ਵਾਲਾ constraint ਸਾਡੇ ਕੋਲ dual ਦੇ ਵਿੱਚ equality sign ਦਾ ਹੋਣਾ ਚਾਹੀਦਾ ਇਹਨੂੰ ਐਗਜ਼ਾਮਪਲ ਨਾਲ ਕਰਦੇ ਹਾਂ ਸਪੋਜ਼ ਸਾਡੇ ਕੋਲ ਇਹ ਕੁਐਸਚਨ ਆਇਆ ਹੋਇਆ ਇਹਦੇ ਵਿੱਚ ਜੋ ਸਾਡੇ ਕੋਲ ਸੈਕੰਡ ਕਨਸਟ੍ਰੇਂਟ ਹੈ ਉਹ ਇਕੁਐਲਿਟੀ ਸਾਈਨ ਦਾ ਹੈ ਠੀਕ ਹੈ ਸੋ ਪ੍ਰਾਈਮਲ ਦੇ ਵਿੱਚ ਸਾਡੇ ਕੋਲ ਕੀ ਹੈ ਜੋ ਸੈਕੰਡ कॉन्स्ट्रेंट है वो इक्वलिटी दा है मतलब इक्वल टू साइन दा है ਉਹਦੇ ਕੋਰਸਪੋਂਡਿੰਗਲੀ
dual which we should have second variable unrestricted. Clear? Second rule की है जेड़ा वेरिएबल साडे कोल प्राइमल विच अनरिस्ट्रिक्टेड होए इधर सेकंड वेरिएबल x2 है सेकंड वेरिएबल अनरिस्ट्रिक्टेड है अनरिस्ट्रिक्टेड द मीनिंग मीन्स इट मे हैव अ पॉजिटिव और नेगेटिव साइन ਉਹ ਵਾਲਾ ਕਨਸਟ੍ਰੇਂਟ ਸਾਡੇ ਕੋਲ ਡਿਊਅਲ ਦੇ ਵਿੱਚ ਇਕੁਐਲਿਟੀ ਦਾ ਹੋਣਾ ਚਾਹੀਦਾ ਸੋ ਜੇ ਸੈਕੰਡ ਵੇਰੀਏਬਲ ਅਨਰਿਸਟ੍ਰਿਕਟਡ ਹੈ ਤਾਂ ਡਿਊਅਲ ਦਾ ਸੈਕੰਡ ਕਨਸਟ੍ਰੇਂਟ ਇਕੁਐਲਿਟੀ ਹੋਣੀ ਚਾਹੀਦਾ ਇਕੁਐਲਿਟੀ ਦਾ ਹੋਣਾ ਚਾਹੀਦਾ ਇਕੁਅਲ ਟੂ ਸਾਈਨ ਦਾ ਹੋਣਾ ਚਾਹੀਦਾ ਇਹ ਦੋ ਰੂਲਸ ਖਿਆਲ ਵਿੱਚ ਰੱਖਣੇ ਜਦੋਂ ਅਸੀਂ ਡਿਊਅਲ ਫਾਈਂਡ ਆਊਟ ਕਰ ਲਿਆ ਦੈਨ ਵੀ ਨੀਡ ਟੂ ਚੈੱਕ ਆਊਟ ਥੀਸ ਟੂ ਕੰਡੀਸ਼ਨਸ ਹੈਵ ਬੀਨ ਮੈਟ ਔਰ ਨੋਟ Now we will start. First step की रहता है either we can start from converting the unrestricted sign into greater than equal to sign या तो इत्थों शुरू कर सकते हैं या पहला असी जो signs हैं उन्होंने given problem दे accordingly convert कर लिए we can start from anything पहला असी maximization दे accordingly constraints से signs नू change कर लेने हैं so it will be maximize z is equal to 4x1 plus 2x2 subject to maximization the case which less than equal to the होना चाहिए so इन्हें convert करने लिए we will multiply the first equation by -1 so minus x1 plus 2x2 less than equal to -2 सेकेंड की हो जाएगी इक्वैलिटी द है इक्वैलिटी ਨੂੰ ਅਸੀਂ डायरेक्टली मल्टीप्लाई बाय -1 करके साइन नहीं चेंज कर सकते ਉਹਨੂੰ ਸਾਨੂੰ टू पार्ट्स ਵਿੱਚ डिवाइड करना पैंदा सो फर्स्ट की हो जाएगी x1 plus 2x2 less than equal to 8 and second one is x1 plus x2 greater than equal to 8 then लास्ट वन द जो साइन है लेस दैन इक्वल टू द ही है उन्होंने एवं ही लिख लाँगे x1 माइनस x2 लेस दैन इक्वल टू 10 हले असी वेरिएबल्स नू ग्रेटर दैन इक्वल टू 0 नहीं बनाया सो उन्होंने एवं ही लिख लाँगे x1 greater than 0 x2 unrestricted sign नेक्स्ट हम अस चेक करांगे कि सारे साइंस लैस दैन इक्वल टू द साइन दे हो गए कि नहीं इतों असी की देख रहे हैं बिकॉज इक्वल टू साइन द कॉन्स्ट्रेंट से जो असी उसनों चेंज किया तो एक कॉन्स्ट्रेंट ग्रेटर दैन इक्वल टू द आ गया सो इनू सानू रीराइट करना पेगा दोबारा तो करना पेगा चेंज करना पेगा इट विल बी मैक्सिमाइज z इज इक्वल टू 4x1 plus 2x2 subject to minus x1 plus 2x2 minus 2 less than equal to the चाहिए सानू so first two constraints तो ठीक है थर्ड वन नू सानू चेंज करना पेगा किवें चेंज करांगे द साइन बाय मल्टीप्लाइंग इट विद -1 माइनस x1 minus 2x2 minus 8 x1 minus x2 less than equal to 10 x1 greater than equal to 0 and x2 unrestricted in sign ਹੁਣ जो साडी फर्स्ट कंडीशन से वो सैटिस्फाई होगी कि मैक्सिमाइजेशन के केस के अकॉर्डिंगली असी कॉन्स्ट्रेंट्स साइंस नू चेंज कर लिया नैक्सट वी नीड टू चेंज दिस कि x2 का जो सानू अनरिस्ट्रिक्टेड साइन दिता है दैट वी विल कन्वर्ट इट इनटू ग्रेटर दैन इक्वल टू 0 वो असी किवें करदे हां x2 वेरीएबल नू असी रिप्लेस करांगे
by the difference of two variables x2, let x2 is equal to x4 minus x5 ਕਿਸੇ ਵੀ ਦੋ ਵੇਰੀਏਬਲਸ ਦੇ ਡਿਫਰੈਂਸ ਨਾਲ ਅਸੀਂ ਇਸ ਨੂੰ ਰਿਪਲੇਸ ਕਰਾਂਗੇ ਬਿਕਾਜ਼ ਵੀ ਵਾਂਟ ਇਟ ਗ੍ਰੇਟਰ ਦੈਨ ਇਕੁਅਲ ਟੂ 0 ਸੋ ਅਸੀਂ ਦੋ ਪੋਜ਼ਿਟਿਵ ਨੰਬਰਸ ਦੇ डिफरेंस नाल इसनों रिप्लेस कर दिता। ये जो हुण असीं कॉन्स्ट्रेंट्स लिखे हैं जो असीं ऑब्जेक्टिव फंक्शन लिखे हैं उत्थे जिथे जिथे x2 है दैट विल बी रिप्लेस्ड बाय x4 माइनस x5। सो नाउ मैक्सिमाइज z इज इक्वल टू 4x1 प्लस x2 की जगह से क्या लिखना है x4 माइनस x5 सो ये हो जाएगा 2x4 माइनस 2x5 ये किमें आया जो असी लिखांगे 2x4 माइनस x5 सो जो असी इसको मल्टीप्लाई करांगे इट विल बी 2x4 माइनस 2x5। सेकेंड वन सब्जेक्ट टू कॉन्स्ट्रेंट्स विच फर्स्ट कॉन्स्ट्रेंट है माइनस x1 प्लस 2x4 माइनस 2x5 लेस देन इक्वल टू माइनस 2। सेकेंड कॉन्स्ट्रेंट x1 प्लस एक में आएगा हूँ 2 है ना x2 की जगह से लिखना है x4 माइनस x5 माइनस x5 so it will be 2x4 minus 2x5 less than equal to 8। नेक्स्ट वन माइनस x1 माइनस इत्थे तो कोई प्रॉब्लम नहीं है इत्थे साइंस विच मिस्टेक हो सकती सो ध्यान नाल करना इत्थे कि साडे कोल -2 है बाहर x2 की जगह से की पुट करना x4 माइनस x5 सो ये की आ जाएगा ये जस्ट रफ पोर्शन करके दिखा रहे हैं ताकि मिस्टेक ना होए अदरवाइज एग्जाम्स विच एवें लिखण दी लोड़ नहीं है। माइनस x1 माइनस 2x4 माइनस माइनस प्लस हो जाएगा सो इट विल बी प्लस 2x5 लेस देन इक्वल टू माइनस 8। बाकी सेम एवं नीचे आ जाएगा लास्ट कॉन्स्ट्रेंट x1 माइनस x4 प्लस x5 लेस देन इक्वल टू 10। इनमें एवं करके देख लेना जो माइनस बाहर तो 1 है माइनस x4 आ जाएगा बिकॉज इतने भी माइनस है माइनस माइनस प्लस हो जाएगा तो प्लस x5 हो जाएगा। नाउ वी हैव वेरिएबल्स x1 x2 ग्रेटर देन इक्वल टू 0। ऊपर अस लिखा है अनरिस्ट्रिक्टेड इन साइन नाउ एंड बिकॉज अस उसको रिप्लेस कर देता सो x1 एंड x2 हैव बिकम ग्रेटर देन इक्वल टू 0। जो सारी बेसिक कंडीशंस है ड्यूअल फाइंड आउट करन दी वो असी पूरी कर ली है। सो ये साडे कोल प्राइमल आ गया जिसनों असी हुण ड्यूअल विच कन्वर्ट करांगे। ड्यूअल ਹੁਣ ਇਸ ਦਾ ड्यूअल की होएगा ड्यूअल फाइंड आउट करने लिए सानू रूल्स पता है कि जो कॉन्स्ट्रेंट्स और ट्रांसपोज करना है राइट हैंड साइड दा असी ऑब्जेक्टिव फंक्शन बनाना है ऑब्जेक्टिव फंक्शन दे असी राइट हैंड साइड बनानी है सो ਉਹਦੇ अकॉर्डिंगली ड्यूअल विल बी मिनिमाइज क्यों होएगा बिकॉज जो प्राइमल है वो मैक्सिमाइजेशन दा है ठीक है।
ਇਹਨੂੰ ਅਸੀਂ ਬਾਅਦ ਵਿੱਚ ਲਿਖਾਂਗੇ। ਦੈਨ ਸਬਜੈਕਟ ਟੂ। ਜਦੋਂ ਅਸੀਂ ਡਿਊਅਲ ਲਿਖਦੇ ਹਾਂ ਵੀ ਨੀਡ ਟੂ ਇੰਟਰੋਡਿਊਸ ਵੇਰੀਏਬਲਸ। ਕਿੰਨੇ ਵੇਰੀਏਬਲਸ ਇੰਟਰੋਡਿਊਸ ਕਰਨੇ? ਜਿੰਨੇ ਨੰਬਰ ਆਫ ਕਨਸਟ੍ਰੇਂਟਸ ਹੁੰਦੇ ਪ੍ਰਾਈਮਲ ਦੇ। ਸੋ ਵੀ ਹੈਡ 1 2 3 4 ਕਨਸਟ੍ਰੇਂਟਸ। ਡਿਊਅਲ ਵਿੱਚ ਵੀ ਵਿਲ ਇੰਟਰੋਡਿਊਸ 4 variables. Let we will introduce y1 y2 y3 and y4. So first constraint क्या आ जाएगा? minus y1 plus y2 minus y3 plus y4. Minimization है, sign will be greater than equal to, first coefficient की है 4. Second constraint 2y1 plus 2y2 minus 2y3 minus y4 greater than equal to second coefficient of objective function 2. Then third one minus 2y1 minus 2y2 plus 2y3 plus y4 greater than equal to minus 2. Objective function क्या हो जाएगा? राइट हैंड साइड ऑफ constraints of the primal. So minus 2y1 plus 8y2 minus 8y3 plus 10y4. Accordingly dual find out कर लिया. Now we will check कि ये साਡਾ final dual है कि नहीं. ਉਹਦੇ ਲਈ ਅਸੀਂ ਜਿਵੇਂ ਲਾਸਟ ਕੁਐਸਚਨ ਵਿੱਚ ਕੀਤਾ ਸੀ, we will check ਕਿ ਜਿੰਨੇ ਪ੍ਰਾਈਮਲ ਦੇ ਕਨਸਟ੍ਰੇਂਟਸ ਹੈ ਉਹਨੇ ਸਾਡੇ ਕੋਲ ਵੇਰੀਏਬਲਸ ਆ ਗਏ ਕਿ ਨਹੀਂ। ਹੁਣ ਜੋ ਸਾਨੂੰ ਮੇਨ ਕੁਐਸਚਨ ਗਿਵਨ ਹੈ ਜਿਸ ਤਰ੍ਹਾਂ ਅਸੀਂ ਡਿਊਅਲ ਫਾਈਂਡ ਆਊਟ ਕਰਨਾ ਹੈ, ਉੱਥੋਂ ਚੈੱਕ ਕਰਾਂਗੇ ਕਿ ਸਾਡੇ ਕੋਲ ਕਿੰਨੇ ਵੇਰੀਏਬਲਸ ਹੈ ਤੇ ਕਿੰਨੇ ਕਨਸਟ੍ਰੇਂਟਸ ਹੈ। ਜੋ ਗਿਵਨ ਕੁਐਸਚਨ ਹੈ ਪ੍ਰਾਈਮਲ ਦਾ ਡਿਊਅਲ ਦਾ, ਉਸ ਦੇ ਪ੍ਰਾਈਮਲ ਦੇ ਵੀ ਹੈਵ 2 ਵੇਰੀਏਬਲਸ and 1 2 3 constraints. So dual ਦੇ ਵਿੱਚ ਇਹਦੇ accordingly primal ਦੇ 2 variables हैं, dual ਦੇ ਵਿੱਚ we should have 2 constraints, ਇਹਦੇ 3 constraints हैं, we should have 3 variable because ਇਹ ਉਹਦੀ opposite ਹੁੰਦੀ ਹੈ ਨਾ ਪ੍ਰੋਬਲਮ। ਸੋ ਇਹਦਾ ਆਪੋਜ਼ਿਟ ਹੀ ਵੀ ਨੀਡ ਟੂ ਫਾਈਂਡ ਆਊਟ। ਜੇ ਪ੍ਰਾਈਮਲ ਦੇ 2 ਵੇਰੀਏਬਲਸ ਹੈ, ਡਿਊਅਲ ਵਿੱਚ ਸਾਡੇ ਕੋਲ 2 ਕਨਸਟ੍ਰੇਂਟ ਹੋਣੇ ਚਾਹੀਦੇ। ਜੇ ਪ੍ਰਾਈਮਲ ਦੇ 3 ਕਨਸਟ੍ਰੇਂਟਸ ਹੈ ਤਾਂ ਡਿਊਅਲ ਦੇ ਸਾਡੇ ਕੋਲ 3 ਵੇਰੀਏਬਲਸ ਹੋਣੇ ਚਾਹੀਦੇ। ਸੋ ਅਕੋਰਡਿੰਗਲੀ ਅਸੀਂ ਜੇ ਚੈੱਕ ਕਰੀਏ ਇਹ ਸਾਡੀ ਕੰਡੀਸ਼ਨ ਮੈਟ ਹੋ ਰਹੀ ਕਿ ਨਹੀਂ। ਹੁਣ ਜੇ ਅਸੀਂ ਇੱਧਰ ਦੇਖਾਂਗੇ ਡਿਊਅਲ ਵਿੱਚ ਸਾਡੇ ਕੋਲ ਕਨਸਟ੍ਰੇਂਟਸ ਕਿੰਨੇ? 3 ਹੈ, ਸਾਨੂੰ ਚਾਹੀਦੇ ਕਿੰਨੇ? 2। मतलब फर्स्ट कंडीशन फुलफिल नहीं हुई। सेकंड कंडीशन की कि जिन्ने नंबर ऑफ कॉन्स्ट्रेंट्स प्राइमल दे हैं 3 है, उन्ने वेरिएबल्स होने चाहिए ड्यूअल दे विच, बट वी हैव y1 2 3 एंड 4 वेरिएबल्स। मीनस इस नू रीफॉर्म करन दी लोड़ है। नाउ वी विल सी हाउ वी कैन रीफॉर्म इट ताकि कंडीशन सैटिस्फाई हो सके। सानू 2 कॉन्स्ट्रेंट्स चाहिए। वी विल सी हियर हाउ कैन वी मेक इट 2। जे असीं इधर देखिए ये जो 2 कॉन्स्ट्रेंट्स हैं, here we have 2y1 plus 2y2 minus 2y3 minus y4 greater than equal to 2। इधर है minus 2y1 minus 2y2 plus 2y3 plus y4 greater than equal to minus 2। सो ये 2 constraints ਨੂੰ ਅਸੀਂ merge ਕਰ ਸਕਦੇ ਹਾਂ, because suppose merge क्यों कर रहे हैं? merge करके equal to क्यों बना रहे हैं? जे ਹੁਣ इधर जो right hand side है कॉन्स्ट्रेंट्स ਦੀ, इधर माइनस आ गया। जब माइनस ਨੂੰ ਅਸੀਂ ਚੇਂਜ ਕਰਕੇ ਦੇਖੀਏ ਤਾਂ 2 ਇਕੁਏਸ਼ਨ ਸੇਮ ਹੋ ਜਾਣਗੀਆਂ, ਬਿਕਾਜ਼ ਜਦੋਂ ਇਹਨੂੰ ਅਸੀਂ ਮਲਟੀਪਲਾਈ ਬਾਈ 1 ਕਰਾਂਗੇ ਇੱਕ ਗ੍ਰੇਟਰ ਦੈਨ ਇਕੁਅਲ ਟੂ ਦੀ ਹੋ ਜਾਏਗੀ, ਇੱਕ ਲੈਸ ਦੈਨ ਇਕੁਅਲ ਟੂ ਦੀ ਹੋ ਜਾਏਗੀ। ਸੋ ਜੋ 2 ਇਕੁਏਸ਼ਨਸ ਗ੍ਰੇਟਰ ਦੈਨ ਤੇ ਲੈਸ ਦੈਨ ਇਕੁਅਲ ਟੂ ਦੇ ਉਹਨਾਂ ਨੂੰ ਅਸੀਂ ਮਰਜ ਕਰਕੇ ਇਕੁਅਲ ਟੂ ਦੇ ਇਕੁਏਸ਼ਨ ਬਣਾ ਸਕਦੇ ਹਾਂ। ਸੋ ਇੱਥੋਂ ਸਾਡੇ ਕੋਲ 2 ਕਨਸਟ੍ਰੇਂਟਸ ਹੋ ਜਾਣਗੇ। ਫਰਸਟ ਕੰਡੀਸ਼ਨ जो है वो असी पूरी कर ली। नाउ सैकेंड कंडीशन इज कि साडे कोल 3 वेरीएबल्स होने चाहिए। असी हुणे रूल कीता सी कि जदों साडे कोल प्राइमल दे विच कोई अनरिस्ट्रिक्टेड वेरीएबल होए तां साडे कोल ड्यूअल दे विच इक्वैलिटी ਦੀ ਕੰਡੀਸ਼ਨ ਹੋਣੀ ਚਾਹੀਦੀ। ਉਹ ਤਾਂ ਸਾਡੀ ਸੈਟੀਸਫਾਈ ਹੋ ਗਈ। ਪਲੱਸ ਉਹਨਾਂ ਨੇ ਸਾਨੂੰ ਕੀ ਕਿਹਾ ਕਿ ਜਦੋਂ ਪ੍ਰਾਈਮਲ ਦੇ ਵਿੱਚ ਸਾਡੇ ਕੋਲ ਇਕੁਐਲਿਟੀ ਦੀ ਕੋਈ ਕਨਸਟ੍ਰੇਂਟ ਹੋਏ ਤਾਂ ਉਹਦੇ ਅਕੋਰਡਿੰਗਲੀ ਸਾਡੇ ਕੋਲ ਇੱਕ ਅਨਰਿਸਟ੍ਰਿਕਟਿਡ ਵੇਰੀਏਬਲ ਆਉਣਾ ਚਾਹੀਦਾ ਡਿਊਅਲ ਦੇ ਵਿੱਚ। ਹੁਣ इधर की है प्राइमल ਦੇ ਵਿੱਚ ਜੋ ਸਾਡੇ ਕੋਲ ਇਕੁਐਲਿਟੀ ਦਾ ਕਨਸਟ੍ਰੇਂਟ ਸੀ, ਇਟ ਵਾਸ ਸੈਕੰਡ ਕਨਸਟ੍ਰੇਂਟ। ਉਹਦੇ ਅਕੋਰਡਿੰਗਲੀ ਡਿਊਅਲ ਦਾ ਜੋ ਸੈਕੰਡ ਵੇਰੀਏਬਲ ਹੈ दैट शुड बी अनरिस्ट्रिक्टेड। सो
ਸੈਕਿੰਡ ਵੇਰੀਏਬਲ ਅਸੀਂ ਕੀ ਫਰਸਟ ਵੇਰੀਏਬਲ ਨੂੰ ਤਾਂ ਨਹੀਂ ਚੇਂਜ ਕਰ ਸਕਦੇ, ਅਗਲੇ ਵੇਰੀਏਬਲ ਜੋ ਸਾਡੇ ਕੋਲ ਹੈ y2 ਮਾਈਨਸ y3, y2 ਮਾਈਨਸ y3, y2 ਮਾਈਨਸ y3, ਇਹਦਾ y2 ਪਲੱਸ y3, ਇਸ ਨੂੰ ਅਸੀਂ ਚੇਂਜ ਕਰਕੇ ਵੀ ਕੈਨ ਇਹਨੂੰ ਤੱਕ ਮਰਜ ਕਰ ਦਾਂਗੇ ਨਾ, y2 ਮਾਈਨਸ y3 that can be written as y7 means ਇਹਨੂੰ ਕਨਵਰਟ ਕਰਕੇ we can reintroduce unrestricted variable y7. ਸੋ ਇੱਧਰ ਅਸੀਂ ਕੀ ਲਿਖਾਂਗੇ, ਉੱਪਰ ਅਸੀਂ ਅਨਰਿਸਟ੍ਰਿਕਟਿਡ ਵੇਰੀਏਬਲ ਤੋਂ ਗ੍ਰੇਟਰ ਦੈਨ ਇਕੁਅਲ ਟੂ 0 ਆਏ ਸੀ ਡਿਊਅਲ ਵਿੱਚ ਕਨਵਰਟ ਕਰਨ ਲਈ, ਬਟ ਹੁਣ ਡਿਊਅਲ ਦੇ ਆਪਣੇ ਕੰਡੀਸ਼ਨ ਕੀ ਹੈ ਕਿ ਵੀ ਸ਼ੁੱਡ ਹੈਵ ਐਨ ਅਨਰਿਸਟ੍ਰਿਕਟਿਡ ਵੇਰੀਏਬਲ। ਸੋ ਉਹਨੂੰ ਅਸੀਂ ਦੁਬਾਰਾ ਤੋਂ ਰੀਫਾਰਮ ਕਰ ਦਾਂਗੇ। ਕਿਹੜੇ ਵੇਰੀਏਬਲ ਨੂੰ ਕਰਾਂਗੇ ਉਹ ਸਾਨੂੰ ਉੱਥੋਂ ਪਤਾ ਲੱਗੇਗਾ ਕਿ ਕਿਹੜਾ ਕਨਸਟ੍ਰੇਂਟ ਪ੍ਰਾਈਮਲ ਦੇ ਵਿੱਚ ਇਕੁਐਲਿਟੀ ਦਾ ਸੀ। ਸੈਕਿੰਡ ਕਨਸਟ੍ਰੇਂਟ ਸੀ, ਸੋ ਹੇਅਰ ਵੀ ਵਿਲ ਰਾਈਟ ਇਟ ਐਸ ਲੈਟ y2 minus y3 is equal to y7। ਇਹ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਮਲਟੀਪਲਾਈ ਥਰਡ constraint ਬਾਏ -1। ਪਹਿਲਾਂ ਇਹ ਵਾਲੀ ਕੰਡੀਸ਼ਨ ਕਰਾਂਗੇ ਫੁਲਫਿਲ, ਫਿਰ ਅਸੀਂ ਅਨਰਿਸਟ੍ਰਿਕਟਿਡ ਵੇਰੀਏਬਲ इंट्रोड्यूस करांगे। सो इट विल बी मिनिमाइज माइनस 2y1 प्लस 8y2 माइनस 8y3 प्लस 10y4 सब्जेक्ट टू माइनस y1 प्लस y2 माइनस y3 प्लस y4 ग्रेटर दैन इक्वल टू 4। इन्हां नूं मर्ज कर देंगे, सो इट विल बी 2y1 plus 2y2 minus 2y3 minus y4 is equal to 2. Now we will introduce unrestricted variable, that is y7 in place of y2 minus y3। सो साडे कोल ड्यूअल फाइनली आ जाएगा मिनिमाइज माइनस 2y1 प्लस y2 माइनस y3 की जगह से y7 इंट्रोड्यूस करना है, सो इट विल बी प्लस 8y7 प्लस 10y4 subject to minus y1 plus y7 plus y4 greater than equal to 4, 2y1 plus 2y7 minus y4 is equal to 2। now we will see जो conditions और met हो रही है, जो problem सी that was of maximization, dual साडे कोल आ गया minimization दा। ये आंसर है, फाइनल आंसर है। ड्यूअल साडे कोल मिनिमाइजेशन दा आ गया। जिन्ने नंबर ऑफ कॉन्स्ट्रेंट्स प्राइमल दे सी उन्ने नंबर ऑफ वेरिएबल साडे कोल ड्यूअल दे होने चाहिए। प्राइमल दे वी वर हैविंग 3 कॉन्स्ट्रेंट, ड्यूअल दे साडे कोल 3 वेरिएबल्स है। प्राइमल दे साडे कोल 2 वेरिएबल सी, इधर साडे कोल 2 कॉन्स्ट्रेंट होने चाहिए ड्यूअल विच, प्लस एड ऑन दिस जिथे इक्वैलिटी ते अनरिस्ट्रिक्टेड वेरिएबल्स होन, इक्वैलिटी होए ते अनरिस्ट्रिक्टेड वेरिएबल्स होन, उहदे लई सानू ये 2 कंडीशनस भी चेक करनियां पैंदियां। जे प्राइमल दे 2 वेरिएबल्स है तो ड्यूअल दे 2 कॉन्स्ट्रेंट्स होने चाहिए। ये तो हो गया, सॉरी ये तो पहला असीं कंडीशन लिखी सी दिस वन। जे प्राइमल दा कॉन्स्ट्रेंट इक्वैलिटी विच है तो उही सेम नंबर ते वेरिएबल अनरिस्ट्रिक्टेड होना चाहिए। मीन सैकेंड वेरिएबल जो साडा है वो अनरिस्ट्रिक्टेड होना चाहिए। सो सैकेंड वेरिएबल असी इत्थे अनरिस्ट्रिक्टेड y7 इंट्रोड्यूस कर लिया, जो साडा y7 वेरिएबल है वो अनरिस्ट्रिक्टेड है। ये वाली कंडीशन भी साडी पूरी होगी। जो सैकेंड वेरिएबल अनरिस्ट्रिक्टेड है तो सैकेंड कॉन्स्ट्रेंट इक्वैलिटी का होना चाहिए। इत्थे साडे कोल जो सैकेंड वेरिएबल है वो अनरिस्ट्रिक्टेड दिता होया सी, सो सैकेंड कॉन्स्ट्रेंट ड्यूअल का इक्वैलिटी साइन का होना चाहिए। सैकेंड कॉन्स्ट्रेंट साडे कोल ड्यूअल विच इक्वैलिटी कॉन्स्ट्रेंट आ गया, मीनस दिस इज द फाइनल आंसर, दिस इज द ड्यूअल।
ਐਵੇਂ ਵੀ ਆਨਸਰ ਲਿਖ ਸਕਦੇ ਹੋ, ਇਸ ਨੂੰ ਕਨਵਰਟ ਕਰਕੇ ਵੀ ਲਿਖ ਸਕਦੇ ਹੋ, ਔਰ y7 ਦੀ ਜਗ੍ਹਾ ਇਹਨੂੰ ਕੰਸਿਸਟੈਂਟ ਬਣਾਉਣ ਲਈ we can introduce y7 we can introduce y2 ਤੇ y4 ਨੂੰ ਤੁਸੀਂ y3 ਲਿਖ ਸਕਦੇ ਹੋ। ਇਹ ਮਰਜ਼ੀ ਹੈ, ਅਦਰਵਾਈਜ਼ this is also correct। ਸੋ ਇਹ ਕੀ ਆ ਜਾਏਗਾ, minimize minus 2y1 z is equal to minus 2y1 plus 8y2 plus 10y3, then subject to minus y1 plus y2 plus y3 greater than equal to 4, 2y1 plus 2y2 minus y3 is equal to 2। ये भी ठीक है। So this was the case of mixed constraints having variables with unrestricted sign. With this we are over with the duality chapter. Next we will start transportation problems in the next lecture. Thank you.